ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਵਿਸ਼ਾ ਹੈ ਕਿ ਪੰਥਕ ਅਰਦਾਸ ਦੇ ਵਿੱਚ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੀ ਜੋਦੜੀ ਕਿਉਂ ਕੀਤੀ ਜਾਂਦੀ ਹੈ, ਜੋਤ ਦੀ, ਇਸ਼ਨਾਨ ਦੀ ਤੇ ਸਰੋਵਰ ਦੀ ਮਹਿਮਾ ਕੀ ਹੈ। ਕਿਉਂਕਿ ਸੰਸਾਰ ਭਰ ਵਿੱਚ ਜਿੱਥੇ ਵੀ ਸਿੱਖ ਵਸਦਾ ਉੱਥੇ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੀ ਅਰਦਾਸ ਵਿੱਚ ਜੋਦੜੀ ਕਰਦਾ ਹੈ। ਇਹ ਠੀਕ ਹੈ ਕਿ ਜਿਹੜਾ ਅੰਮ੍ਰਿਤਸਰ ਸ਼ਬਦ ਹੈ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਵਿੱਚ ਆਉਂਦਾ ਹੈ। ਅੰਮ੍ਰਿਤਸਰ ਸਿਫਤੀ ਦਾ ਘਰ, ਸ਼ਲੋਕ 12 ਤੇ ਵਧੀਕ ਵਿੱਚ। ਇਹ ਵੀ ਹੈ ਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਨਗਰ ਵਸਾਇਆ, ਇਹ ਗੁਰੂ ਕਾ ਚੱਕ ਸੀ। ਚੱਕ ਪਿੰਡ ਨੂੰ ਕਿਹਾ ਜਾਂਦਾ, ਜਿਹੜਾ ਇੱਕ ਛੋਟਾ ਰੂਪ ਹੁੰਦਾ। ਫਿਰ ਚੱਕ ਰਾਮਦਾਸਪੁਰ। ਔਰ ਇਹ ਵੀ ਹੈ ਕਿ ਜਦੋਂ ਤੀਸਰੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਪਾ ਕੇ ਸਤਿਗੁਰਾਂ ਨੇ ਦੁੱਖ ਭੰਜਨੀ ਬੇਰੀ ਵਾਲੇ ਸਥਾਨ ਤੇ ਸਰੋਵਰ ਜਿਹੜਾ ਖੁਦਵਾਇਆ, ਉਹ ਅੰਮ੍ਰਿਤਸਰ ਹੈ ਉਹਦਾ ਨਾਮ। ਔਰ ਇੱਕ ਸਾਡੇ ਪੁਰਾਤਨ ਜਿਹੜੀ ਤਵਾਰੀਖ ਅੰਮ੍ਰਿਤਸਰ ਕੀ ਹੈ ਉਰਦੂ ਦੇ ਵਿੱਚ, ਉਹਦੇ ਵਿੱਚ ਇਹ ਵੀ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਨਾਂ ਤੇ ਅੰਮ੍ਰਿਤਸਰ ਸ਼ਬਦ ਜਿਹੜਾ ਇਹ ਵਰਤਿਆ। ਔਰ ਇਹਦੀ ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮਾ ਵਿੱਚ ਹਵਾਲਾ ਵੀ ਦਿੱਤਾ। ਖੈਰ, ਨਾਮਕਰਨ ਬਾਰੇ ਹੈ ਕਿ ਸੰਸਾਰ ਭਰ ਵਿੱਚ ਹੁਣ ਕਿਉਂਕਿ ਅੰਮ੍ਰਿਤਸਰ ਸਰੋਵਰ ਵੀ ਹੈ, ਔਰ ਸਰੋਵਰ ਦੀ ਮਹਿਮਾ ਵੀ ਸਤਿਗੁਰਾਂ ਨੇ ਵਰਣਨ ਕੀਤੀ ਹੈ ਬਾਣੀ ਵਿੱਚ। ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀਕਾ। ਨੀਕਾ ਕਹਿੰਦੇ ਸੁੰਦਰ ਨੂੰ। ਜਾਂ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਜਾਂ ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਜਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਮਰਿਆਦਾ ਦਿੱਤੀ ਹੈ ਸਿੱਖ ਕੀ, ਕਿ ਇਸ਼ਨਾਨ ਕਰੈ ਅੰਮ੍ਰਿਤਸਰ ਨਾਵੈ। ਇਹ ਬਾਣੀ ਦੇ ਵਿੱਚ ਸ਼ਬਦ ਸਤਿਗੁਰਾਂ ਦਾ ਵੀ ਆਉਂਦਾ। ਇਹਦਾ ਮਤਲਬ ਜਿਹੜਾ ਸਰੋਵਰ ਹੈ ਇਹਦੀ ਇੱਕ ਮਹਾਨਤਾ ਹੈ, ਕਿਉਂਕਿ ਜਿਵੇਂ ਸਾਡੀ ਗੁਰਦੁਆਰਾ ਵੀ ਸੰਸਥਾ ਹੈ, ਤਖਤ ਵੀ ਸੰਸਥਾ ਹੈ, ਪੰਗਤ ਵੀ ਸੰਸਥਾ ਹੈ, ਸੰਗਤ ਵੀ ਸੰਸਥਾ ਹੈ, ਇਸੇ ਤਰ੍ਹਾਂ ਸਰੋਵਰ ਵੀ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਕਈ ਵਾਰੀ ਅਸੀਂ ਬੜੀ ਸਥਾਈ ਪੱਧਰ ਤੇ ਕਹਿ ਜਾਂਦੇ ਹਾਂ ਜੀ, ਨੀਵੇਂ ਥਾਂ ਤੇ ਜਲ ਇਕੱਠਾ ਕੀਤਾ ਜਾਂਦਾ ਸੀ ਤਾਂ ਇਸ ਜਲ ਦੀ ਸੰਭਾਲ ਹੈ। ਨਹੀਂ ਗੁਰੂ ਪਿਆਰਿਓ, ਜਿੱਥੇ 24 ਘੰਟੇ ਬਾਣੀ ਦਾ ਜਾਪ ਹੋਵੇ, ਜਿਹੜਾ ਸਤਿਗੁਰਾਂ ਦਾ ਵਰਸਾਇਆ ਹੋਇਆ ਹੋਵੇ, ਤਾਂ ਸਰੋਵਰ ਚੁੱਪਚਾਪ ਸ਼ਾਂਤ ਚਿੱਤ ਹੁੰਦਾ ਹੋਇਆ ਵੀ ਇੱਕ ਸਾਡੇ ਸਿਧਾਂਤ ਦਾ ਪ੍ਰਚਾਰ ਕਰਦਾ ਹੈ। ਕਿਉਂਕਿ ਸੰਸਾਰ ਦੇ ਵਿੱਚ ਜਦੋਂ ਮਨੁੱਖ 'ਚ ਵੰਡੀਆਂ ਪੈਂਦੀਆਂ ਉਦੋਂ ਪਾਣੀ ਤੇ ਬਾਣੀ ਵੰਡਿਆ ਜਾਂਦਾ ਹੈ। ਇਹ 47 ਤੱਕ ਦੇ ਤੁਸੀਂ ਅਖਬਾਰ ਜਾਂ ਪੁਰਾਣੇ ਬਜ਼ੁਰਗਾਂ ਤੋਂ ਪੁੱਛੋ ਕਿ ਸਾਡੇ ਰੇਲਵੇ ਸਟੇਸ਼ਨਾਂ ਦੇ ਉੱਤੇ ਹਿੰਦੂ ਪਾਣੀ, ਮੁਸਲਿਮ ਪਾਣੀ ਅਲੱਗ-ਅਲੱਗ ਵਿਕਦਾ ਸੀ। ਪਰ ਅੰਮ੍ਰਿਤਸਰ ਦੀ, ਹਰਿਮੰਦਰ ਸਾਹਿਬ ਦੀ ਇਹ ਮਹਿਮਾ ਹੈ ਕਿ ਇਸ ਸਰੋਵਰ ਤੇ ਆ ਕੇ ਜਦੋਂ ਤੁਸੀਂ ਹਰ ਕੀ ਪੌੜੀ ਤੋਂ ਚੂੜਾ ਲੈਂਦੇ ਹੋ, ਕਿਸ ਧਰਤੀ ਦਾ ਹੈ, ਕਿਸ ਮਜ਼ਹਬ ਦਾ ਹੈ, ਕਿਸ ਭਾਸ਼ਾ ਦਾ ਹੈ, ਸਮਾਨਤਾ ਹੈ। ਜੇ ਕੋਈ ਇਸ਼ਨਾਨ ਕਰਦਾ ਉਹ ਕੋਈ ਵਿਤਕਰਾ ਨਹੀਂ, ਕਿਉਂਕਿ ਇੱਥੇ ਆ ਕੇ ਵਿਤਕਰਿਆਂ ਨੂੰ ਮੇਟਿਆ ਗਿਆ। ਇਸ ਲਈ ਜੋ ਅਸੀਂ ਮੌਖਿਕ ਰੂਪ ਵਿੱਚ ਕਹਿੰਦੇ ਹਾਂ ਜਾਂ ਫਲਸਫੇ ਦੇ ਰੂਪ ਵਿੱਚ ਬਿਆਨ ਕਰਦੇ ਹਾਂ, ਸਰੋਵਰ ਉਹਨੂੰ ਲਾਗੂ ਕਰ ਰਿਹਾ ਹੈ। ਜਿਵੇਂ ਸਾਡੇ ਲੰਗਰ ਵਿੱਚ ਲਾਗੂ ਹੁੰਦਾ ਹੈ, ਜਿਵੇਂ ਸਾਡੀ ਸੰਗਤ ਵਿੱਚ ਲਾਗੂ ਹੁੰਦਾ ਹੈ, ਇਸੇ ਤਰ੍ਹਾਂ ਸਰੋਵਰਾਂ ਵਿੱਚ ਲਾਗੂ ਹੁੰਦਾ ਹੈ। ਔਰ ਇਸੇ ਲਈ ਸਤਿਗੁਰਾਂ ਦਾ ਫਰਮਾਨ ਹੈ ਕਿ ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਹਾਤੈ ਕਊਆ ਹੰਸ ਹੋਇ। ਹੇ ਭਾਈ, ਇਹ ਸਤਵਾਦੀ ਸਤਿਗੁਰਾਂ ਦਾ ਉਹ ਮਹਾਨ ਸਥਾਨ ਹੈ ਜਿੱਥੇ ਕਊਆ ਬਿਰਤੀ ਵੀ ਹੰਸ ਬਿਰਤੀ ਹੋ ਜਾਂਦੀ ਹੈ। ਕਿਉਂਕਿ ਜਦੋਂ ਅਰਥ ਪ੍ਰਣਾਲੀ ਹੁੰਦੀ ਹੈ, ਜਿਹੜਾ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਹੈ ਨਾ, ਹਰ ਹਾਂ ਨਾਨਕ ਕਸਮ ਲਜਾਹੇ ਨਹਾਇਆ ਰਾਮਦਾਸ ਸਰ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਦੁੱਖ ਦੂਰ ਹੁੰਦੇ ਆ। ਤਾਂ ਇਹਦੇ ਟੀਕਾਕਾਰਾਂ ਨੇ ਦੋ ਅਰਥ ਕੀਤੇ। ਇੱਕ ਤਾਂ ਹੈ ਕਿ ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕੀਤੇ ਆ, ਪਰ ਸਰ ਦਾ ਸਰੋਵਰ ਦਾ ਮਤਲਬ ਤਾਂ ਸਰੋਵਰ ਹੈ। ਇੱਕ ਹੈ ਤਨ ਕਰਕੇ ਇਸ਼ਨਾਨ ਕੀਤੇ ਆ। ਦਰਅਸਲ ਜਿਵੇਂ ਸਾਡੇ ਦੋ ਲੰਗਰ ਨੇ, ਇੱਕ ਸ਼ਬਦ ਦਾ ਲੰਗਰ ਔਰ ਇੱਕ ਪ੍ਰਸ਼ਾਦੇ ਦਾ ਲੰਗਰ। ਕਿਉਂਕਿ ਸੰਗਤ ਵਿੱਚ ਸਾਡੇ ਰੂਹ ਦਾ ਲੰਗਰ ਹੈ, ਪੰਗਤ ਵਿੱਚ ਸਾਡੇ ਤਨ ਦੀ ਖੁਰਾਕ ਹੈ। ਇਸੇ ਤਰ੍ਹਾਂ
ਇੱਕ ਸਾਡੇ ਤਨ ਦਾ ਇਸ਼ਨਾਨ ਹੈ, ਇੱਕ ਸਾਡੇ ਮਨ ਦਾ ਇਸ਼ਨਾਨ ਹੈ, ਕਿਉਂਕਿ ਇੱਥੇ ਦੋਨੋਂ ਇਸ਼ਨਾਨ ਦੀ ਮਹਿਮਾ ਹੈ। ਔਰ ਇਹ ਇਸ਼ਨਾਨ ਹਰ ਪ੍ਰਾਣੀ ਕਿਸੇ ਵੀ ਧਰਤੀ ਤੋਂ ਆਉਂਦਾ ਇਸ ਧਰਤੀ ਤੇ ਚੱਲ ਕੇ, ਇਸ ਲਈ ਸਰੋਵਰਾਂ ਦੀ ਆਪਣੇ ਆਪ ਵਿੱਚ ਮਹਾਨਤਾ ਹੈ। ਜਦੋਂ ਭਾਈ ਗੁਰਦਾਸ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਹਿਮਾ ਵਿੱਚ ਲਿਖਦੇ ਨੇ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਤਾਲ ਤੇ ਫਿਰ ਸਰੋਵਰ ਨੂੰ ਕਿਹਾ ਜਾਂਦਾ ਕਿ ਇਹ ਤਾਲ ਜਿਵੇਂ ਖਦਵਾਇਆ, ਇੱਥੇ ਜੋਤ ਜਗਦੀ ਆ। ਮੈਂ ਦੋ ਗੱਲਾਂ ਕਰਕੇ ਸਮਾਪਤੀ ਕਰਾਂਗਾ। ਕਈ ਵਾਰੀ ਸਾਡੀ ਅੱਜ ਦੀ ਵਿਆਖਿਆਕਾਰੀ, ਨਾ ਤਾਂ ਅਸੀਂ ਸੱਭਿਆਚਾਰਕ ਤੌਰ ਤੇ ਜੋਤ ਦੇ ਕਨਸੈਪਟ ਨੂੰ ਉਸ ਰੂਪ ਵਿੱਚ ਸਮਝਿਆ ਜਾਂਦਾ, ਨਾ ਸਰੋਵਰ ਨੂੰ ਸੰਗਤ ਰੂਪ ਵਿੱਚ ਪ੍ਰਚਾਰਿਆ ਜਾਂਦਾ ਕਿ ਸਰੋਵਰ ਸਾਡੀ ਸੰਸਥਾ ਦਾ ਰੂਪ ਹੈ। ਔਰ ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਮਹਾਨ ਬਖਸ਼ਿਸ਼ਾਂ ਹੁੰਦੀਆਂ ਨੇ। ਜੋਤ ਦਾ ਜਗਣਾ ਕੇਵਲ ਰੋਸ਼ਨੀ ਨਹੀਂ ਹੁੰਦਾ, ਜੋਤ ਦਾ ਜਗਣਾ ਕਿਸੇ ਸਥਾਨ ਉੱਤੇ ਉਹਦੇ ਵਾਰਸਾਂ ਦੇ ਜਿਉਂਦੇ ਹੋਣ ਦਾ, ਉਹਨਾਂ ਦੀ ਸੇਵਾ ਸੰਭਾਲ ਦਾ, ਉਹਨਾਂ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ। ਹਰਿਮੰਦਰ ਸਾਹਿਬ ਵਿਖੇ ਜਦੋਂ ਕਿਤੇ ਧਾੜਵੀਆਂ ਨੇ ਕਬਜ਼ਾ ਵੀ ਕੀਤਾ, ਚਾਹੇ ਉਹ ਮੱਸੇ ਰੰਗੜ ਦਾ ਇਤਿਹਾਸ ਹੁੰਦਾ, ਸਾਡੇ ਕਿੰਨੇ ਸਿੱਖ ਜੋਤ ਜਗਾਉਣ ਗਏ ਵੀ ਉਹਨਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਕਿ ਸਾਡੇ ਗੁਰੂ ਦਾ ਸਥਾਨ ਹੈ, ਅਸੀਂ ਗੁਰੂ ਦਾ ਨਾਦੀ ਪਰਿਵਾਰ ਹਾਂ, ਇੱਥੇ ਸਾਡੀ ਜੋਤ ਜਗੇਗੀ। ਜੋਤ ਜਗਣੀ ਕਿਸੇ ਸੱਭਿਆਚਾਰ ਵਿੱਚ ਤੁਹਾਡੇ ਜਿਉਂਦੇ ਹੋਣ ਦਾ ਤੇ ਜਿਉਂਦੀਆਂ ਕੌਮਾਂ ਦਾ ਪ੍ਰਤੀਕ ਹੈ। ਇਸੇ ਲਈ ਦੀਵਾਲੀ ਵਾਲੇ ਦਿਨ ਲੋਕ ਰੂੜੀਆਂ ਤੇ, ਪੁਰਾਣਿਆਂ ਖੂਹਾਂ ਤੇ, ਸ਼ਮਸ਼ਾਨ ਘਾਟਾਂ ਤੇ, ਪੁਰਾਣੀਆਂ ਹਵੇਲੀਆਂ 'ਚ, ਘਰਾਂ 'ਚ ਤੇ ਕਰਨੀ ਆ ਦੀਪਮਾਲਾ। ਉਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਸੀ ਕਿ ਭਾਈ ਇਹਨਾਂ ਥਾਵਾਂ ਦੇ ਵਾਰਸ ਜਿਉਂਦੇ ਆ। ਔਰ ਜੋਤ ਨੂੰ ਅਸੀਂ ਸਤਹੀ ਪੱਧਰ ਤੇ ਨਹੀਂ ਲੈ ਸਕਦੇ। ਜੋਤ ਆਪਣੇ ਆਪ ਵਿੱਚ ਜਗਣੀ ਸਾਡੀ ਇਸ ਧਰਤੀ ਦਾ, ਸਾਡੀ ਵਾਰਸਤਾਈ ਦਾ ਮਾਣ ਹੈ। ਜੇ ਰਚਨ ਵਾਲੇ ਭਾਈ ਗੁਰਦਾਸ ਜੀ ਨੇ ਤੇ ਲਿਖਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੰਬੰਧੀ ਨੇ, ਇਸ ਲਈ ਤਾਲ ਦੀ, ਸਰੋਵਰ ਦੀ ਇੱਕ ਆਪਣੀ ਮਹਿਮਾ ਹੈ। ਕਿਸੇ ਥਾਂ ਦੇ ਉੱਤੇ ਰੋਸ਼ਨੀ ਦਾ ਇੱਕ ਵੱਖਰਾ ਪੱਖ ਹੈ, ਪਰ ਜੋਤ ਜਗਣੀ ਤੁਹਾਡਾ ਸਿੰਬੋਲਿਕ ਹੈ ਕਿ ਗੁਰੂ ਦੇ ਵਾਰਸ, ਗੁਰੂ ਦੇ ਸਿਧਾਂਤਾਂ ਨੂੰ ਪ੍ਰਣਾਏ ਹੋਏ ਸਥਾਨ ਤੇ ਉਹ ਜੀਵਤ ਨੇ, ਕੌਮੀ ਵਾਰਸ ਸੰਭਾਲ ਕਰ ਰਹੇ ਨੇ। ਤੇ ਸਰੋਵਰ ਆਪਣੇ ਆਪ ਵਿੱਚ ਸਾਡੀ ਸੰਸਥਾ ਹੈ ਜਿਹੜੀ ਸਹਿਜ ਰੂਪ ਵਿੱਚ ਪ੍ਰਚਾਰ ਕਰਦੀ ਹੈ ਕਿ ਜਿੱਥੇ ਭਿੰਨਤਾ ਨਹੀਂ ਹੈ, ਜਿੱਥੇ ਭੇਦਭਾਵ ਨਹੀਂ ਹੈ, ਜਿੱਥੇ ਸਮੁੱਚੀ ਮਾਨਵਤਾ ਨੂੰ ਪਿਆਰ ਕੀਤਾ ਜਾਂਦਾ ਹੈ। ਇਸ ਲਈ ਸਾਡੀ ਅਰਦਾਸ ਦਾ ਜੋ ਦੋ ਹਿੱਸਾ ਬਣਿਆ, ਕਈ ਵਾਰੀ ਆਮ ਅਰਦਾਸੀਆ ਸਿੰਘ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਸ਼ਬਦ ਵਰਤਦਾ, ਗਲਤ ਉਹ ਵੀ ਨਹੀਂ ਹੈ। ਜਦ ਕੋਈ ਇਸ਼ਨਾਨ ਕਰਨ ਆਏਗਾ ਤੇ ਦਰਸ਼ਨ ਵੀ ਕਰੇਗਾ ਤੇ ਸਹਿਜ ਭਾਵੀ ਵਰਤਾਰਾ ਹੈ। ਇਸ ਲਈ ਇਹ ਸ਼ਬਦ ਸਾਡੇ ਪੁਰਖਿਆਂ ਨੇ, ਕਿਉਂਕਿ ਸਾਡਾ ਕੇਂਦਰੀ ਸਥਾਨ ਹੈ ਹਰਿਮੰਦਰ ਸਾਹਿਬ, ਸਾਡੀਆਂ ਰਵਾਇਤਾਂ ਦੀ, ਸਾਡੀ ਹੋਂਦ ਦੀ ਇਹ ਗਵਾਹੀ ਹੈ ਜੁਗਾਂ ਜਗੰਤਰਾਂ ਦੀ ਤੇ ਜੁਗਾਂ ਜਗੰਤਰਾਂ ਤੱਕ। ਜਦੋਂ ਵੀ ਕੋਈ ਸਾਡਾ ਵਿਰੋਧੀ ਆਇਆ, ਧਾੜਵੀ ਆਇਆ, ਉਹਨੇ ਇੱਥੇ ਜੋਤ ਵੀ ਬੁਝਾਉਣੀ ਚਾਹੀ, ਸੰਗਤਾਂ ਨੂੰ ਵੀ ਦੂਰ ਕਰਨਾ ਚਾਹਿਆ, ਸਰੋਵਰ ਨੂੰ ਵੀ ਮਿੱਟੀ ਨਾਲ ਕਈ ਵਾਰ ਪੂਰਿਆ ਗਿਆ, ਪਰ ਫਿਰ ਗੁਰੂ ਦੇ ਪਿਆਰਿਆਂ ਨੇ ਤੇ ਗੁਰੂ ਦੇ ਵਾਰਸਾਂ ਨੇ ਇਹਨਾਂ ਦੀ ਸੇਵਾ ਸੰਭਾਲ ਕੀਤੀ। ਇਸ ਲਈ ਸਵੈਮਾਣ ਕਰਨਾ ਕੌਮੀ ਵਾਰਸਾਂ ਦਾ ਧਰਮ ਹੁੰਦਾ। ਔਰ ਇਹ ਸਵੈਮਾਣ ਸਾਨੂੰ ਰੋਜ਼ਾਨਾ ਜਾਗਰਤ ਕਰਦਾ ਹੈ ਕਿ ਜਦ ਤੱਕ ਵੀ ਅਸੀਂ ਇਹ ਸ਼ਬਦ ਸਾਡੇ ਹਿਰਦਿਆਂ ਵਿੱਚ ਹੈ, ਅਸੀਂ ਹਰਿਮੰਦਰ ਸਾਹਿਬ ਨਾਲ ਜੁੜਦੇ ਹਾਂ, ਅਸੀਂ ਆਪਣੇ ਸਰੋਵਰਾਂ ਨਾਲ ਜੁੜਦੇ ਹਾਂ, ਔਰ ਅਸੀਂ ਆਪਣੇ ਤਨ ਮਨ ਦਾ ਇਸ਼ਨਾਨ ਕਰਕੇ ਦੋਨੋਂ ਰੂਪ ਵਿੱਚ ਆਪਣੇ ਆਪ ਦੀ ਪਵਿੱਤਰਤਾ ਕਰਦੇ ਹਾਂ, ਆਪਣਾ ਜੀਵਨ ਸਫਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।